ਸਤਿਕਾਰਯੋਗ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੀ ਦੇ ਗ੍ਰਹਿ ਵਿਖੇ ਉਹਨਾਂ ਸਤਿਕਾਰਯੋਗ ਸਾਡੇ ਭੈਣ ਜੀ ਕਮਲਦੀਪ ਕੌਰ ਜੀ ਕੋਲ ਅੱਜ ਅਸੀਂ ਸਾਰੇ ਆਏ ਹਾਂ ਔਰ ਇਹਦਾ ਕਾਰਨ ਦੋ ਬਣੇ ਆ ਵੱਡੇ ਜੀ ਕਿ ਜਿੱਥੇ ਜਦੋਂ ਮੈਂ ਜੇਲ੍ਹ 'ਚ ਰਿਹਾ ਉਦੋਂ ਮੈਂ ਮਹਿਸੂਸ ਕੀਤਾ ਕਿ ਅਸੀਂ ਸਾਰੀ ਜਿੰਨੇ ਬਾਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, इंसाफ पसंद इंसान है, संविधान 'ਚ विश्वास रखने वाला इंसान है, वो सारी असी बंदी ਸਿੰਘਾਂ ਦੀ ਗੱਲ ਜ਼ਰੂਰ ਕਰਦੇ ਹਾਂ मगर बंदी ਸਿੰਘਾਂ ਦੇ ਪਰਿਵਾਰਾਂ ਦੀ बंदी ਸਿੰਘਾਂ ਦੀ जो कुर्बानी है, जो उन्हां दी एडा वड्डा उन्होंने संघर्ष आपदे पिंडे ते हंडाया भी है, औखा समा उसनूं शायद समझ नहीं सकते। और जब मैं अंदर रहा और जो मैं भाई साहब दी हर धर्म प्रति हर इंसान प्रति मैं कहूँगा जो सत्कार वेखण नूं मिलिया और जो मैं जेल 'ਚ सुनिया और देखिया, मैं अंदर भी इन्हां नूं दस रहा सी कि असी सारे अपनी जिंदगी 'ਚ इन्ने बिजी रहने हैं कि साडे कोल अपने परिवारां दे जीआं नाल गल करन दा समा नहीं हुंदा। जिहड़े घर चले जाओ कोई मोबाइल 'ਚ ऐ लग्या कोई उधर नूं लग्या ते भाई साहब नूं मैं पक्षियां नाल उत्थे जो गलहरी सी ਉਹਦੇ ਨਾਲ ਜਿਹੜਾ ਵੀ ਜਾਨਵਰ ਸੀ ਤੇ ਕੋਈ ਬਾਂਦਰ ਸੀ ਕੁਛ ਹਰੇਕ ਨਾਲ ਗੱਲ ਕਰਦੇ ਵੇਖਿਆ। ਉਹਨਾਂ ਦੀ ਇਨਸਾਨੀਅਤ ਇਨਸਾਨਾਂ ਪ੍ਰਤੀ ਨਹੀਂ, ਹਰ ਜੀ ਜੰਤ ਜੋ ਪ੍ਰਮਾਤਮਾ ਦਾ ਬਣਾਇਆ ਹੈ ਜਿਹ 'ਚ ਸਾਸ ਨੇ ਸਵਾਸ ਨੇ ਉਹਦੇ ਨਾਲ ਗੱਲ ਕਰਦੇ ਮੈਂ ਵੇਖਿਆ। ਔਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੋਟੀਆਂ ਦਾਣੇ ਪਾਣੀ ਹਰੇਕ ਪ੍ਰਾਣੀ ਵਾਸਤੇ ਉਹ ਪਾਉਂਦੇ ਸਨ। और शायद इत्थे कुछ साडे सियासी लीडर ने वो ये गल नूं समझते नहीं, चलो मैं उस गल ते बाद च आउणा, मगर मेरा अज इत्थे आउण दा मकसद की सी क्योंकि मैं उन्हां नूं वायदा ये मेरा उन्हां नाल वायदा कर लो जां दिल दी सांझ दी गल कर लो। मैं कहा मैं भैन जी होरां दा धन्नवाद ते सत्कार करके जरूर आउणा है क्योंकि जेल 'च जिन्ना प्रशासन है या जिन्नी एडमिनिस्ट्रेशन है या जिन्ने उत्थे हवालातियां कहती ने क्योंकि जेल की अपनी एक वक्री दुनिया। मैं उन्होंने पूछा एक बारी उत्थे जिहड़े प्रशासन के लोग सी, मैं कहा राजोआणा साहब वालों कदे कोई थोड़े नाल गुस्सा गिला कोई कहते इस तो वध इंसाफ पसंद या कानून पसंद बंदा नहीं होना। जदों बंदी का समा हुंदा 5 मिनट पहला ही आप दा चले जांदे और कहते सानू भी जे कोई मुश्किल आउंदी है अंदर कैदियां दे मसले 'ਚ या हवालातियां दे मसले 'ਚ ਉਹਦੇ 'ਚ भी राजोआणा साहब ਉਹਨਾਂ ਨੂੰ ਸਮਝਾਉਣ ਦਾ ਕੰਮ ਕਰਦੇ। ਸੋ ਜਿਹਨੇ ਜਿੰਨਾ ਸਮਾਂ ਉਹ ਅੰਦਰ ਰਹੇ ਆ ਜਿੱਥੇ ਰੱਬ ਰੱਬ ਕੀਤਾ, ਰੋਜ਼ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ, ਆਪ ਦੀ ਬਾਣੀ ਪੜ੍ਹਨੀ, ਲੋਕਾਂ ਨੂੰ ਸਤਿਕਾਰ ਦੇਣਾ ਪਿਆਰ ਦੇਣਾ ਔਰ ਪੰਥ ਦੀ ਚੜ੍ਹਦੀ ਕਲਾ ਦੀ ਸਦਾ ਗੱਲ ਕਰਨੀ, पंजाब 'ਚ अमन शांति भाईचारे कानून की गल करनी, वो इंसान के घर 'ਚ आके उन्हां दी भैन जी नूं मिल के उन्हां दे बच्चियां नूं मिल के मैं समझदा सी साडी सब दी जिम्मेवारी। मैं आया तुहाडे दे इत्थों एक लीडर ने उन्हां नूं भड़काऊ गल तो बगैर कोई गल नहीं आऊगी और अज मेरे जाण तो बाद उहदे ढिड पीड़ जरूर होनी, इसलिए मैं उहदा पहलां ही ਉਹਦਾ ਵੀ ਇਲਾਜ ਕਰ ਜਾ, ਮੁੜ ਕੇ ਬੋਲੂਗਾ ਮੇਰੀ ਪਿੱਠ ਪਿੱਛੇ ਬੋਲੂਗਾ, ਉਹਦਾ ਸਵਾਦ ਕੋਈ ਨਹੀਂ। ਮੈਂ ਬੋਲ ਕੇ ਪਹਿਲਾਂ ਹੀ ਚੱਲਿਆ। ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਇਹ ਉਹ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੂੰ ਭਾਈਚਾਰਕ ਸਾਂਝ ਨਾਲ ਕੁਛ ਨਹੀਂ, ਉਹਨਾਂ ਨੂੰ ਤਾਂ ਆਪਦੀਆਂ ਵੋਟਾਂ ਤੱਕ ਹੀ ਮਤਲਬ ਹੈ ਔਰ ਹਰ ਗੱਲ ਨੂੰ ਹਿੰਦੂ ਸਿੱਖ ਦੇ ਨਜ਼ਰੀਏ ਨਾਲ ਵੇਖਦੇ ਆ, ਉਸੇ ਐਨਕ ਨਾਲ ਵੇਖਦੇ। ਬਹੁਤ ਸਿਆਣੇ ਜੀ ਤੁਸੀਂ ਤਾਂ, ਮੈਂ ਕੀ ਕਹਿਣਾ ਜੀ, ਤੁਸੀਂ ਤਾਂ ਐਵੇਂ ਨਹੀਂ ਨਾ ਮੁੱਲਾਪੁਰੀ ਹੁੰਦੀ। ਉਹ ਬੰਦੇ ਦਾ ਇੱਕ ਕੰਮ ਹੀ ਬਣ ਗਿਆ ਕਿ ਪਾੜੋ ਤੇ ਰਾਜ ਕਰੋ।
ਮਤਲਬ ਹੋਰ ਕੋਈ ਕੰਮ ਨਹੀਂ ਆਉਂਦੇ। ਉਹਨੇ ਭਾਵਨਾ ਭਟਕਾ ਕੇ, ਭਾਵਨਾ ਨੂੰ ਆਹਤ ਕਰਕੇ ਆਪਦਾ ਕੰਮ ਕਰਨਾ। ਮੈਂ ਔਨ ਰਿਕਾਰਡ ਗੱਲ ਕਰ ਰਿਹਾ ਕਿਉਂਕਿ ਮੈਂ ਬੜੀਆਂ ਗੱਲਾਂ ਕੀਤੀਆਂ। ਭਾਈ ਸਾਹਿਬ ਨੇ ਇੱਕੋ ਗੱਲ ਕਹੀ ਕਿ ਮੇਰਾ ਜਿਹੜਾ ਮਸਲਾ ਸੀ ਉਹ ਕੇਵਲ ਤੇ ਕੇਵਲ ਜੋ ਸ੍ਰੀ ਅਕਾਲ ਤਖਤ ਸਾਹਿਬ, ਜੋ ਮੈਂ ਉੱਥੇ ਵੇਖਿਆ, ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਔਰ ਆਪਣੀਆਂ ਸਰਕਾਰਾਂ ਨੇ ਜੋ ਸ੍ਰੀ ਹਰਿਮੰਦਰ ਸਾਹਿਬ 'ਚ ਲਹੂ ਲੁਹਾਨ ਕੀਤਾ, ਮੇਰੇ ਤੋਂ ਨਹੀਂ ਬਰਦਾਸ਼ਤ ਹੋਇਆ। ਜੋ ਦਿੱਲੀ ਤੇ ਨਸਲਕੁਸ਼ੀ ਹੋਈ ਔਰ ਕਿਵੇਂ ਉਸ ਵੇਲੇ ਦੀ ਕਾਂਗਰਸ ਦੇ ਹੁਕਮਰਾਨ ਦੇ ਲੀਡਰਾਂ ਨੇ, ਰਾਜੀਵ ਗਾਂਧੀ ਨੇ ਆਪੇ ਕਹਿਤਾ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਆ, ਔਰ ਫੌਜ ਨੂੰ ਰੋਕਿਆ ਔਰ ਮਾਸੂਮ ਬੱਚੇ ਬੱਚਿਆਂ ਦੀ ਇੱਜ਼ਤਾਂ ਪੱਤਾਂ ਲੁੱਟੀਆਂ ਗਈਆਂ, ਸਾਡੀਆਂ ਧੀਆਂ ਭੈਣਾਂ ਦੀ, ਔਰ ਜੋ ਜਿਉਂਦਾ ਸਾੜਤੇ ਗਏ। ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਜੋ ਦਿੱਲੀ 'ਚ, ਜੋ ਪੰਜਾਬ 'ਚ ਨੌਜਵਾਨ ਬੱਚੇ ਬੱਚਿਆਂ ਨੂੰ ਘਰੋਂ ਲਿਜਾ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰਦੇ ਨੇ, ਝੂਠੇ ਮੁਕਾਬਲੇ 'ਚ ਮਾਰਦੇ ਨੇ, ਕਹਿੰਦੇ ਇਹ ਹਾਲਾਤ ਬਣੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੀ ਉੱਠ ਗਿਆ ਸੀਗਾ ਉਸ ਵੇਲੇ ਦੀਆਂ ਸਰਕਾਰਾਂ ਦੇ। ਔਰ ਉਸ ਹਾਲਾਤ ਦੇ ਕਰਕੇ ਜੋ ਕਦਮ ਪੁੱਟੇ ਗਏ, ਜੋ ਕੁਝ ਹੋਇਆ, ਉਹਦੇ ਵਾਸਤੇ ਉਹਨਾਂ ਨੇ ਸਜ਼ਾ ਵੀ ਪੂਰੀ ਕਰ ਲਈ। ਔਰ ਵੇਖੋ ਬਾਕੀ ਤਾਂ ਜਾ ਕੇ ਨਾ ਕਈ ਵਾਰੀ ਕੋਰਟ 'ਚ ਮੁੱਕਰ ਜਾਂਦੇ ਆ ਕਿ ਮੈਂ ਨਹੀਂ ਸੀ ਜਾਂ ਮੈਂ ਇਹ ਝੂਠ ਹੈ। ਉਹਨਾਂ ਨੇ ਜਾ ਕੇ ਆਪਦੀ ਗੱਲ ਨੂੰ ਕਬੂਲਿਆ, ਮਤਲਬ ਮੁੱਕਰੇ ਨਹੀਂ ਆ। ਜੋ ਉਹਨਾਂ ਨੇ ਉਸ ਸਮੇਂ ਜੋ ਵੀ ਹਾਲਾਤ ਬਣੇ ਉਸ ਗੱਲ ਨੂੰ ਕਬੂਲਿਆ, ਸੱਚ ਦੇ ਨਾਲ ਖਲੋਤੇ ਰਹੇ, ਆਪਦੀ ਸੱਚਾਈ ਪੇਸ਼ ਕੀਤੀ ਔਰ ਕਹਿੰਦੇ ਹਾਂ ਆਹ ਕੰਮ ਮੈਂ ਇਸ ਕਾਰਨਾਂ ਕਰਕੇ ਕੀਤਾ। ਮਗਰ ਅਖੀਰ 'ਚ ਸੰਵਿਧਾਨ ਨੇ, ਸੰਵਿਧਾਨ ਕੀ ਕਹਿੰਦਾ ਕਿ ਉਮਰ ਕੈਦ ਇੱਕ ਵਾਰੀ ਮਿਲ ਸਕਦੀ ਹੈ, ਇੱਕੋ ਜੁਰਮ ਦੀਆਂ 27 ਸਾਲ ਸਜ਼ਾ ਨਹੀਂ ਮਿਲਦੀ। ਤੇ ਅੱਜ ਜਿਹੜੇ ਲੋਕ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ, ਜਿਵੇਂ ਰਾਜੀਵ ਗਾਂਧੀ ਦੇ ਕਿਲਰਸ ਦੀ ਗੱਲ ਚੱਲਦੀ ਹੈ ਕਿ ਉਹਨਾਂ ਦੀ ਰਿਹਾਈ ਸ਼ੁਰੂ ਹੋਈ ਹੈ, ਇਸੇ ਤਰ੍ਹਾਂ ਜੇ ਸੰਵਿਧਾਨ ਸਭ ਤੋਂ ਉੱਤੇ ਆ ਤੇ ਫਿਰ ਸੰਵਿਧਾਨ ਦੀ ਵੀ ਰਖਵਾਲੀ ਹੋਣੀ ਚਾਹੀਦੀ। ਔਰ ਇਸ ਤਰੀਕੇ ਨਾਲ ਉਮਰ ਕੈਦ ਦੀ ਜਿਹੜੀ 27 ਸਾਲ ਡਬਲ ਸਜ਼ਾ ਕੋਈ ਵੀ ਬੰਦੀ ਸਿੰਘ ਜਿਹੜਾ ਕੱਟ ਚੁੱਕਿਆ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਨਹੀਂ ਹੋ ਰਹੀ। ਆਮ ਆਦਮੀ ਦੀ ਸਰਕਾਰ ਦਿੱਲੀ 'ਚ ਉਹਨਾਂ ਦਾ ਵਿਰੋਧ ਕਰਦੀ ਹੈ, ਕਿੱਥੇ ਕੇਂਦਰ ਦੀ ਸਰਕਾਰ ਕਿਸੇ ਦਾ ਵਿਰੋਧ ਕਰਦੀ ਹੈ। ਇਸ ਲਈ ਇਹਨਾਂ ਸਾਰੇ ਬੰਦੀ ਸਿੰਘਾਂ ਦੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ, ਹੋਰ ਜਿੰਨੇ ਵੀ ਨੇ, ਉਹਨਾਂ ਨੇ 27 28 ਸਾਲ 30 ਸਾਲ ਸਜ਼ਾ ਪੂਰੀ ਹੋ ਗਈ ਆ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸਾਰੇ ਇਨਸਾਫ ਪਸੰਦ ਲੋਕ, ਕਿਉਂਕਿ ਇਹ ਵੀ ਆਪਦੇ ਪਰਿਵਾਰਾਂ 'ਚ ਵਾਪਸ ਆ ਕੇ ਇੱਕ ਜ਼ਿੰਦਗੀ ਆਪਦੀ ਬਤੀਤ ਕਰਨ, ਇਹ ਸਾਡੀ ਸਭ ਦੀ ਮੰਗ। ਔਰ ਦੇਖੋ ਮੈਂ ਜੇਲ੍ਹ 'ਚੋਂ ਬਾਹਰ ਆ ਗਿਆ, ਮੇਰੀ ਉਦੋਂ ਤੱਕ ਤਸੱਲੀ ਨਹੀਂ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ। ਔਰ ਮੈਂ ਰੋਜ਼ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਬੜਾ ਲੰਮਾ ਸਮਾਂ ਜੇਲ੍ਹ 'ਚ ਰਹੇ ਔਰ ਇੰਟਰਨੈਸ਼ਨਲ ਕਾਨੂੰਨ ਵੀ ਬੜੇ ਕਲੀਅਰ ਨੇ ਕਿ ਇੰਨਾ ਚਿਰ ਕੋਈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਸੋ ਇਹਨਾਂ ਦੀ ਰਿਹਾਈ ਵੱਡੇ ਪੱਧਰ ਤੇ ਜਿੱਥੇ ਅਸੀਂ ਮੰਗ ਕਰਦੇ। ਔਰ ਮੈਂ ਜਿਹੜੀ ਅੱਗੇ ਗੱਲ ਕਰ ਰਿਹਾ ਸਾਂ, ਥੋੜੀ ਗੱਲ ਵਿੱਚ ਰਹਿ ਗਈ ਕਿ ਰਾਜੋਆਣਾ ਸਾਹਿਬ ਅੰਦਰ ਆਉਣ ਤੋਂ ਪਹਿਲਾਂ ਇੱਕ ਬੜੇ ਤੁਹਾਡੇ ਪੱਤਰਕਾਰ ਹੋਏ ਆ ਮੁੱਲਾਪੁਰੀ ਸਾਹਿਬ, ਤੁਸੀਂ ਜਾਣਦੇ ਹੋਣੇ, ਸਰਹੰਦੀ ਸਾਹਿਬ, ਭੂਸ਼ਣ ਸਰਹੰਦੀ ਜੀ, ਜਿਨ੍ਹਾਂ ਨੇ 30 ਅਖਬਾਰਾਂ ਦੇ ਉਹ ਆਪ ਉਹਨਾਂ ਕੋਲ ਉਹਦੇ ਉਹ ਸੀਗੇ ਰਿਪੋਰਟਰ, ਇੱਕ ਸਮਾਂ ਉਹ ਵੀ ਸੀ, ਅਖੀਰ 'ਚ ਉਹ ਜਗਬਾਣੀ ਦੇ ਸੀ। ਔਰ ਉਹਨਾਂ ਤੇ ਅਟੈਕ ਵੀ ਹੋਇਆ ਇੱਕ ਵਾਰੀ, ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ। ਉਸ ਵੇਲੇ ਉਹਨਾਂ ਦੀ ਹਿਫਾਜ਼ਤ ਤੇ ਕੌਣ ਸੀ? ਬਲਵੰਤ ਸਿੰਘ ਰਾਜੋਆਣਾ। ਕਹਿਣ ਦਾ ਭਾਵ ਕਿ ਜਿਹੜੇ ਇਹਨੂੰ ਹਿੰਦੂ ਸਿੱਖ ਮੁੱਦਾ ਬਣਾਉਂਦੇ ਨਾ, ਇਹ ਜਿਹਿਆਂ ਤੋਂ ਬਚੋ। ਇਹ ਹਿੰਦੂ ਸਿੱਖ ਦੀ ਗੱਲ ਨਹੀਂ, ਇਹ ਉਦੋਂ ਦੇ ਹਾਲਾਤ ਸੀ। ਇਸੇ ਕਰਕੇ ਉਦੋਂ ਇਹ ਫੇਕ ਐਨਕਾਊਂਟਰਸ ਹੋਏ, ਤਦੇ ਕਈ ਅਫਸਰਾਂ ਨੂੰ ਅੱਜ ਤੱਕ ਮੁੜ ਕੇ 20 ਸਾਲ ਬਾਅਦ, 15 ਸਾਲ ਬਾਅਦ CBI ਕੋਰਟ ਨੇ, ਹਾਈ ਕੋਰਟ ਨੇ ਮੁੜ ਕੇ ਸਜ਼ਾਵਾਂ ਵੀ ਦਿੱਤੀਆਂ, ਕਈ ਅੰਦਰ ਵੀ ਰਹਿ ਕੇ ਆਏ। ਇਸ ਲਈ ਜਿਹੜਾ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦਾ, ਇਹਨੂੰ ਆਪਦੀ ਛੋਟੀ ਸੋਚ ਕਰਕੇ ਵੋਟਾਂ ਵਾਸਤੇ ਫਾਇਦਾ ਲੈਣ ਦੀ ਗੱਲ ਕਰਦਾ, ਉਹ ਤੋਂ ਬਚੋ। ਔਰ ਗੱਲ ਸੰਵਿਧਾਨ ਦੀ ਹੋਵੇ, ਸੰਵਿਧਾਨ ਸਭ ਤੋਂ ਉੱਤੇ, ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਹੋਰ ਤੁਸੀਂ ਦੱਸ ਦਿਓ ਜੀ ਜੇ ਤੁਸੀਂ ਕੁਝ ਪੁੱਛਣਾ। ਬਿਕਰਮ ਜੀ, ਤੁਸੀਂ ਜੇਲ੍ਹ 'ਚ ਰਹੇ 5 ਮਹੀਨੇ, ਤੁਹਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ? ਹਾਂਜੀ। ਇੱਕ ਤਾਂ ਚੜ੍ਹਦੀ ਕਲਾ 'ਚ ਤੁਸੀਂ ਦੇਖੇ ਹੋਣੇ ਆ ਜੀ। ਹਾਂਜੀ ਹਾਂਜੀ। ਕੀ ਮਤਲਬ ਕਿ
ਉਹਨਾਂ ਨੂੰ ਕਾਂਗਰਸ ਦੇ ਕੁਝ ਆਗੂ ਜਾਂ ਜਿਵੇਂ ਤੁਸੀਂ ਮੈਂ ਲਾਉਣ ਲੱਗਾ, ਉਹਨਾਂ ਦਾ ਪਰਿਵਾਰ ਇਹ ਕਹਿੰਦਾ ਗਾ ਵੀ ਜੇ ਉਹ ਸੰਵਿਧਾਨ ਨੂੰ ਮੰਨਦੇ ਨੇ ਤੇ ਅਸੀਂ ਗੱਲ ਕਰ ਲੈਂਦੇ ਆ। ਕੀ ਤੁਹਾਨੂੰ ਜਾਂ ਭੈਣ ਜੀ ਬੈਠੇ ਕੋਲੇ ਕੀ ਤੁਹਾਡੇ ਨਾਲ ਕਦੇ ਉਹਨਾਂ ਦੀ ਗੱਲ ਹੋਈ ਹੈ ਵੀ ਬਿਲਕੁਲ ਹੋਈ ਜੀ, ਬਿਲਕੁਲ ਹੋਈ। ਬਹੁਤ ਤੁਸੀਂ ਵਧੀਆ ਸਵਾਲ ਕੀਤਾ। ਮੈਂ ਵੀ ਉਹਨਾਂ ਨੂੰ ਇਹੀ ਸਵਾਲ ਪੁੱਛਿਆ ਸੀ। ਕਹਿੰਦੇ ਜਦ ਮੈਂ ਸੁਪਰੀਮ ਕੋਰਟ 'ਚ ਜਾ ਕੇ ਮੇਰੇ ਲਈ ਅਰਜੀ ਪਾਈ ਗਈ ਹੈ ਤੇ ਸੁਪਰੀਮ ਕੋਰਟ ਵੀ ਤਾਂ ਫਿਰ ਸੰਵਿਧਾਨ ਤੇ ਵਿਸ਼ਵਾਸ ਹੈ ਤਦੇ ਪਾਈ ਗਈ ਹੈ। ਇਸ ਨੂੰ ਨਾ ਮੈਂ ਤਦੇ ਤੁਹਾਨੂੰ ਪਹਿਲਾਂ ਗੱਲ ਕਹਿਤੀ ਸੀ ਗੱਲ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਾ ਹੁੰਦਾ ਤੇ ਫਿਰ ਉਸ ਵੇਲੇ ਪੁਲਿਸ ਦੀ ਨੌਕਰੀ ਕਿਵੇਂ ਕਰਕੇ, ਔਰ ਜੇ ਸੰਵਿਧਾਨ 'ਚ ਵਿਸ਼ਵਾਸ ਨਾ ਹੁੰਦਾ ਤੇ ਅੱਜ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਕਿਉਂ ਪਾਉਂਦੇ। ਔਰ ਜਿਹੜੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿਉਂਕਿ ਇਹ ਗੱਲਾਂ ਬਾਹਰ ਚੱਲਦੀਆਂ ਸੀ, ਕੁਝ ਲੋਕ ਕਰਦੇ ਸਨ। ਮੈਂ ਕਿਹਾ ਭਾਈ ਸਾਹਿਬ ਕੀ ਤੁਸੀਂ ਬਾਕੀ ਧਰਮਾਂ ਦਾ ਸਤਿਕਾਰ ਕਰਦੇ ਹੋ? ਕਹਿੰਦੇ ਮੈਂ ਗੁਰੂ ਨਾਨਕ ਨਾਮ ਲੇਵਾ ਸਿੱਖ ਹਾਂ ਔਰ ਮੈਂ ਆਪਦੀ ਅੱਖੀ ਵੇਖਿਆ ਜੀ ਗੁਰੂ ਮਹਾਰਾਜ ਦਾ ਪ੍ਰਕਾਸ਼ ਉਹਨਾਂ ਦੀ ਚੱਕੀ 'ਚ। ਰੋਜ਼ ਸਵੇਰੇ 2:30 ਵਜੇ ਉੱਠ ਕੇ ਪਹਿਲਾਂ ਗੁਰੂ ਆਪਦੀ ਚੱਕੀ ਧੋਂਦੇ ਆ ਜੀ, ਫਿਰ ਇਸ਼ਨਾਨ ਕਰਦੇ ਆ ਜੀ, ਫਿਰ ਉਹਨਾਂ ਨੂੰ ਛੋਟੇ ਸਰੂਪ ਗੁਰੂ ਸਾਹਿਬ ਦੇ ਸੇਵਾ 'ਚ ਕੋਈ ਉਹਨਾਂ ਦੇ ਕੋਲ ਆ ਗਏ ਸਨ, ਉਹਦੀ ਉਹ ਸੇਵਾ ਕਰਦੇ। ਸਵੇਰੇ 3 ਵਜੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਆ, ਪੰਜੇ ਬਾਣੀਆਂ ਦਾ ਪਾਠ ਕਰਦੇ ਆ ਔਰ ਸ਼ਾਮ ਨੂੰ ਸੁਖਾਸਨ ਸਾਹਿਬ ਕਰਦੇ ਆ, ਫਿਰ ਆਪ ਦਾ ਜਾ ਕੇ ਕੋਈ ਹੋਰ ਡਿਊਟੀ ਕਰਦੇ ਆ। ਔਰ ਇਹ ਗੱਲ ਪੁਲਿਸ ਜਿਹੜੀ ਸਾਰਾ ਪ੍ਰਸ਼ਾਸਨ ਹੈ ਉਸਨੇ ਵੀ ਤਸਦੀਕ ਕੀਤੀ ਕਿ ਜਦ ਅਸੀਂ ਸਵੇਰੇ ਆਉਂਦੇ ਇੱਥੇ, ਕਿਉਂਕਿ ਉੱਥੇ ਹਰ 2 ਘੰਟੇ ਬਾਅਦ ਬੰਦੇ ਬਦਲ ਕੇ ਗੇੜਾ ਲਾਉਣ ਆਉਂਦੇ ਆ, ਕਹਿੰਦੇ ਜਦ ਅਸੀਂ 2-2:30 ਵਜੇ ਜਦ ਵੀ ਆਉਂਦੇ ਅੰਮ੍ਰਿਤ ਵੇਲੇ ਅਸੀਂ ਰਾਜੋਆਣਾ ਸਾਹਿਬ ਨੂੰ ਜਾਗਦੇ ਵੇਖਿਆ। ਮੇਰੀ ਗੱਲ ਦੀ ਇੱਕ ਜਗ੍ਹਾ ਤੋਂ ਚੈੱਕ ਨਹੀਂ ਹੋਇਆ। ਔਰ ਉਹ ਕਹਿੰਦੇ ਗੁਰੂ ਸਾਹਿਬ ਦੀ ਅਸੀਂ ਅਰਦਾਸ ਚਰਨਾਂ 'ਚ ਕੀ ਕਰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਕੌਣ ਕੀ ਕਹਿ ਰਿਹਾ ਨਹੀਂ ਕਹਿ ਰਿਹਾ, ਕੋਈ ਆਪਣੀ ਵੋਟਾਂ ਖਾਤਰ ਕਹਿ ਰਿਹਾ, ਮੈਂ ਤਾਂ ਜੋ ਕੰਨੀ ਸੁਣਿਆ ਅੱਖੀ ਵੇਖਿਆ ਉਹ ਦੱਸ ਰਿਹਾ। ਆਪਣੇ 'ਚੋਂ ਕਿੰਨੇ ਆ ਜਿਹੜਾ ਜਾਨਵਰਾਂ ਦਾ ਵੀ ਸਤਿਕਾਰ ਕਰਦੇ, ਨਹੀਂ ਤਾਂ ਆਮ ਤੌਰ ਤੇ ਇੱਥੇ ਕੋਈ ਜਾਨਵਰ ਲੰਘ ਜੇ ਤੇ ਆਪਾਂ ਨੂੰ ਪਸੰਦ, ਆਪਾਂ ਉਦੋਂ ਸੋਟਾ ਮਾਰੀ ਜਾਂਦੇ। ਮੈਂ ਭਾਈ ਉਹਨੂੰ ਕੀੜੀਆਂ ਨਾਲ ਵੀ ਗੱਲ ਕਰਦੇ ਵੇਖੀ। ਮੈਂ ਇਹ ਇਨਸਾਨੀਅਤ ਘੁੱਟ ਕੇ ਮੈਂ ਤਾਂ ਇਨਸਾਨੀਅਤ ਹੀ ਵੇਖੀ ਆ। ਔਰ ਮੈਂ ਬਾਰ-ਬਾਰ ਕਹਿ ਰਿਹਾ 28 ਸਾਲ ਤੋਂ ਕਿਹੜਾ ਕਾਨੂੰਨ ਹੈ ਮੈਨੂੰ ਉਹ ਦੱਸ ਦਿਓ। ਇਸ ਲਈ ਮੈਂ ਸਾਰੇ ਬੰਦੀ ਸਿੰਘਾਂ ਲਈ ਗੱਲ ਕਰ ਰਿਹਾ। ਮੈਨੂੰ ਤਾਂ ਇੱਕ ਦੇ ਜਾ ਕੇ ਰਹਿ ਕੇ ਜੋ ਅੱਖੀ ਵੇਖਿਆ ਮੈਂ ਉਹ ਦੱਸ ਰਿਹਾ। ਔਰ ਸਾਰਾ ਪ੍ਰਸ਼ਾਸਨ ਚਾਹੇ ਉੱਥੇ ਕੋਈ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ, ਚਾਹੇ ਸਿੱਖ ਹੈ, ਈਸਾਈ ਹੈ, ਕੋਈ ਹੈ, ਸਾਰੇ ਕਹਿੰਦੇ ਜੀ ਜਿੰਨਾ ਸਤਿਕਾਰ ਪਿਆਰ ਉੱਥੇ ਰਾਜੋਆਣਾ ਸਾਹਿਬ ਦਾ ਸ਼ਾਇਦ ਕਿਸੇ ਦਾ ਨਹੀਂ। ਉਹਦਾ ਤਾਂ ਐ ਜਿਵੇਂ ਬੱਬਰ ਸ਼ੇਰ ਫਿਰਦਾ ਤੇ ਸਾਰੇ ਉਹ ਜੋ ਕਹਦੇ ਸਭ ਸਤਿਕਾਰ ਹੈ ਜੀ ਉਹਨਾਂ ਦਾ। 85 ਲੱਖ ਸਿੱਖਾਂ ਨੇ ਸਾਈਨ ਕਰਕੇ ਰਾਸ਼ਟਰਪਤੀ ਨੂੰ ਦੇ ਕੇ ਆਏ ਨੇ। ਭੈਣ ਜੀ ਤੁਸੀਂ ਇਸ ਗੱਲ ਦੇ ਗਵਾਹ ਹੋ। ਰਾਜੋਆਣੇ ਦੀ ਰਿਹਾਈ ਲਈ 85 ਲੱਖ ਸਿੱਖਾਂ ਨੇ ਸਾਈਨ ਕਰਕੇ ਆਪਣੇ ਭਾਈਚਾਰੇ ਨੇ ਦੇ ਕੇ ਆਂਦੇ ਉੱਥੇ ਰਾਸ਼ਟਰਪਤੀ। ਹੁਣ ਫਿਰ SGPC ਨੇ ਅੱਜ ਕੱਲ੍ਹ ਕਿਹਾ ਗਿਆ ਅਸੀਂ ਚਲਾਉਣ ਲੱਗੇ ਹਾਂ ਕਿ ਤੁਸੀਂ ਇਹ ਨਹੀਂ ਆਖਿਆ ਵੀ ਹੋਰ ਵੀ ਰਸਤਾ ਅਦਾ ਕਰ ਲਈਏ, ਵੱਡੇ ਬੱਗੇ ਦੇ ਵਕੀਲ ਕਰ ਲਈਏ, ਕੋਈ ਐਸੀ ਗੱਲ ਕਰ ਲਈਏ। ਇਹ ਜੀ ਬਿਕਰਮ ਜੀ ਇਹ ਸਾਈਨ ਕਰਨ ਨਾਲ ਤਾਂ ਤੁਸੀਂ ਵੀ ਮਾਨਯੋਗ ਮੰਤਰੀ ਰਹੇ ਹੋ, ਸੈਂਕੜੇ ਵਾਰੀ ਤੁਸੀਂ ਗਵਰਨਰ ਨੂੰ ਮੈਮੋਰੈਂਡਮ ਦੇ ਕੇ ਆਉਣੇ ਹੋ, ਹੁਣ ਵੀ ਦੇਖ ਰਹੇ ਹਾਂ। ਇਹ ਜਿਹੜੇ ਸਾਇੰਸ ਵਾਲੀ ਗੱਲਾਂ ਨਹੀਂ ਕੋਈ ਵਕੀਲ ਕਰਨ ਦੀ ਤੁਸੀਂ ਇਹ ਸੋਚੋਗੇ। ਮੇਰੀ ਤਾਂ ਤੁਹਾਨੂੰ ਨਾ ਸਭ ਨੂੰ ਰਿਕੁਐਸਟ ਹੈ, ਕੋਈ ਨਾ ਦੇਖੀ ਦਿਖਾਈ ਗੱਲ ਸੁਣੀ ਸੁਣਾਈ ਗੱਲ ਕਰਦਾ। ਮੈਂ ਤਾਂ ਅੱਖੀ ਵੇਖਿਆ ਤੇ ਕੰਨੀ ਸੁਣਿਆ ਤੇ ਮਹਿਸੂਸ ਕੀਤੀ ਹੋਈ ਗੱਲਾਂ ਤੁਹਾਡੇ ਕੋਲ ਰੱਖ ਰਿਹਾ ਉਹਨਾਂ ਬਾਰੇ। ਔਰ ਸੁਪਰੀਮ ਕੋਰਟ 'ਚ ਆਲਾ ਵਕੀਲ ਰੋਦਕੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਕੇਸ ਲੜਨ ਵਾਸਤੇ ਕੀਤੇ, ਕਿਉਂਕਿ ਭਾਈ ਸਾਹਿਬ ਨੇ ਤਾਂ ਆਪਣੇ ਲਈ ਜੋ ਕੋਰਟ ਨੇ ਉਦੋਂ ਫੈਸਲਾ ਕਰਤਾ ਸੀਗਾ ਕਿ ਮੈਨੂੰ ਉਹਨਾਂ ਨੂੰ ਇਹ ਕੋਰਟ ਦਾ ਫੈਸਲਾ ਆ ਗਿਆ ਸੀ ਕਿ ਸਜ਼ਾਏ ਮੌਤ ਦੇ ਦੇਣੀ ਚਾਹੀਦੀ, ਉਹਦੇ ਉਲਟ ਵਿਧਾਨ ਸਭਾ 'ਚ ਮੈਨੂੰ ਯਾਦ ਹੈ ਅਸੀਂ ਉਸ ਵੇਲੇ ਮਿਨਿਸਟਰ ਸਾਂ, ਬਾਦਲ ਸਾਹਿਬ ਦੀ ਸਰਕਾਰ ਸੀ। ਬਾਦਲ ਸਾਹਿਬ ਨੇ ਕਲੀਅਰਲੀ ਕਿਹਾ ਸੀ ਮੈਂ ਅਸਤੀਫਾ ਦੇ ਦੂੰ ਮਗਰ ਇਹ ਕੰਮ ਨਹੀਂ ਹੋਵੇ। ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ। ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਜੀ ਸੁਪਰੀਮ ਕੋਰਟ 'ਚ ਪਾਈ ਜਿਹੜੀ ਚੱਲ ਰਹੀ ਹੈ। ਔਰ ਰਾਸ਼ਟਰਪਤੀ ਜੀ ਨੂੰ ਵੀ ਇਹਦੀ ਰਿਕੁਐਸਟ ਕੀਤੀ ਔਰ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ 550 ਸਾਲਾਂ ਲਈ ਆਏ, ਉਹਨਾਂ ਨੇ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ।
ਤੇ ਅਸੀਂ ਤਾਂ ਬਾਰ-ਬਾਰ ਇੱਕੋ ਗੱਲ ਕਰ ਰਹੇ, ਕਾਨੂੰਨ ਦੀ ਗੱਲ ਹੀ ਕਰ ਰਹੇ ਹਾਂ ਭਾਈ। ਸੰਵਿਧਾਨ ਕਹਿੰਦਾ ਜਿਹਨੇ ਸਜ਼ਾ ਪੂਰੀ ਕਰ ਲਈ ਉਹਦੀ ਰਿਹਾਈ ਹੋਣੀ ਚਾਹੀਦੀ। ਸਰ ਰਵਨੀਤ ਬਿੱਟੂ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਨੇ, ਉਹ ਕਹਿੰਦੇ ਵੀ ਜੇ ਉਹ ਇੰਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਹੁੰਦੇ ਤਾਂ ਉਹਨਾਂ ਦੀ ਭੈਣ ਜਿਹੜੀ ਇਲੈਕਸ਼ਨ 'ਚ ਖੜੀ ਸੀ ਉਹਨਾਂ ਨੂੰ ਜਿਤਾ ਦਿੰਦੇ। ਉਹ ਕਹਿੰਦੇ ਵੀ ਕੁਝ ਕੁ ਲੋਕ ਨੇ ਵੀ ਉਹਨਾਂ ਦੇ ਆਉਣ ਨਾਲ ਸਮਾਜ 'ਚ ਮਾਹੌਲ ਖਰਾਬ ਹੋ ਜਾਂਦਾ। ਇਸ ਤਰ੍ਹਾਂ ਬਿੱਟੂ ਨੂੰ ਪੁੱਛੀ, ਉਹ ਕਦੇ ਆਪਣਾ ਉਹਦਾ ਟੱਬਰ ਇਲੈਕਸ਼ਨ ਨਹੀਂ ਆ ਰਿਹਾ? ਕੀ ਲੋਕ ਕਿਸੇ ਦੀ ਲੋਕਪ੍ਰਿਯਤਾ ਕੱਲੀ ਵੋਟਾਂ ਦੇ ਨਾਲ ਹੀ ਹੋਊਗੀ? ਫਿਰ ਸਰਦਾਰ ਬੇਅੰਤ ਸਿੰਘ ਨੂੰ ਤਾਂ ਵੋਟਾਂ ਸਿਰਫ 8% ਪੰਜਾਬ ਨੇ ਪਾਈਆਂ, ਬਾਕੀਆਂ ਨੇ ਤਾਂ ਬਾਈਕਾਟ ਹੀ ਕਰਤਾ ਸੀ। ਕੀ ਫਿਰ ਉਹ ਸਭ ਦੇ ਸਰਪ੍ਰਵਾਨਿਤ ਮੁੱਖ ਮੰਤਰੀ ਸਨ? ਇਸ ਲਈ ਜਿਸ ਬੰਦੇ ਨੂੰ, ਮੈਂ ਤਾਂ ਉਹਨਾਂ ਨੂੰ ਵੀ ਰੱਬ ਅੱਗੇ ਅਰਦਾਸ ਕਰਦਾ ਕਿ ਰੱਬ ਉਹਨਾਂ ਨੂੰ ਵੀ ਸਮੱਤ ਬਖਸ਼ੇ। ਔਰ ਜੇ ਉਹ ਆਸ਼ੂ ਪਿੱਛੇ ਐਡਾ ਸਟੈਂਡ ਲੈ ਸਕਦੇ ਆ, ਜੀਤੇ ਐਡੇ ਆਰੋਪ ਨੇ, ਉਹ ਆਸ਼ੂ ਨੇ ਵੀ, ਅੱਜ ਮੈਂ ਤੁਹਾਨੂੰ ਦੱਸ ਰਿਹਾ ਜੋ ਮੇਰੇ ਕੋਲ ਖਬਰ ਹੈ ਕਿ ਅੰਦਰ ਜਾ ਕੇ ਆਸ਼ੂ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ। ਔਰ ਜਿਸ ਇਨਸਾਨ ਨੇ ਆਪ ਦੀ ਜੋ ਕੋਰਟ 'ਚ ਆਪ ਦੀ ਗੱਲ ਨੂੰ ਕਬੂਲਿਆ, ਸੰਵਿਧਾਨ 'ਚ ਆਪ ਦਾ ਵਿਸ਼ਵਾਸ ਵੀ ਪ੍ਰਗਟਾਵਾ ਕੀਤਾ, 28 ਸਾਲ ਸਜ਼ਾ ਪੂਰੀ ਕਰ ਲਈ ਹੈ ਸੰਵਿਧਾਨ ਦੇ ਉੱਤੋਂ ਦੀ। ਜਿਸ ਸੰਵਿਧਾਨ ਦੀ ਜਾ ਕੇ ਸਹੁੰ ਚੁੱਕਦੇ ਆ ਬਿੱਟੂ ਜੀ, ਉਹ ਸੰਵਿਧਾਨ ਨੂੰ ਹੀ ਲਾਗੂ ਕਰਾ ਦੇਣ ਕਿ ਉਹ 'ਚ ਦੱਸ ਦੇਣ ਕਿਹੜੀ ਸਜ਼ਾ ਜਿਹੜੀ 28 ਸਾਲ ਦੀ ਹੈ। ਔਰ ਜੇ ਇਹ ਵਾਕਈ ਗਾਂਧੀ ਪਰਿਵਾਰ ਦੇ ਐਡੇ ਚੇਤੇ ਨੇ, ਉਹ ਹੈ ਤਾਂ ਨਹੀਂ, ਮੈਨੂੰ ਵੀ ਪਤਾ ਇਹਨਾਂ ਨੇ ਵੀ ਮਾਰ ਦੇਣੀ ਉਡਾਰੀ, ਮਗਰ ਜੇ ਮੈਂ ਮੰਨ ਲਵਾਂ ਤੇ ਫਿਰ ਉਹ ਰਾਜੀਵ ਗਾਂਧੀ ਦੇ ਕਿਲਰਸ ਬਾਹਰ ਆਏ ਆ, ਉਹਨਾਂ ਤੋਂ ਸਬਕ ਸਿੱਖ ਲੈਣ ਕੁਛ। ਇਸ ਲਈ ਇਹ ਤਾਂ ਕੱਲਾ ਆਪਦੀ ਸਿਕਿਉਰਿਟੀ ਖਾਤਰ, ਆਪਦੇ ਡਰਾਮੇਬਾਜ਼ੀ ਖਾਤਰ ਇਹ ਜੀ ਗੱਲ ਕਰਦੇ। ਇਸ ਲਈ ਕਿਸੇ ਸਿਆਣੇ ਬੰਦੇ ਦਾ ਸਵਾਲ ਪੁੱਛ ਲਾ, ਮੈਂ ਜਵਾਬ ਦੇ ਦੂੰ। ਜਿਹੜੀ ਇਹ ਭੜਕਾਊ ਗੱਲ ਕਰਨ ਵਾਲੇ, ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ, ਉਹਨਾਂ ਦੀ ਮੈਂ ਕੀ ਜਵਾਬ ਦੇਣਾ? ਰਾਜੋਆਣਾ ਸਾਹਿਬ ਦਾ ਜਿਹੜਾ 95 ਦਾ ਇਨਸੀਡੈਂਟ ਤੋਂ ਬਾਅਦ ਕੋਈ ਅੱਜ ਤੱਕ ਗੱਲ ਆਈ ਹੈ ਕਿ ਉਹਨਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ? ਜੇ ਜੇਲ੍ਹ ਦੀ ਟਾਈਮਿੰਗ ਦੀ ਉਲੰਘਣਾ ਕੀਤੀ ਹੋਵੇ, ਮਾਰੋ ਗੱਲ ਹੋਰ ਕਾਨੂੰਨ ਵੱਡੇ ਦੀ। ਜੇ ਜੇਲ੍ਹ ਦੇ ਪ੍ਰਸ਼ਾਸਨ ਨੇ ਕਦੇ ਕਿਹਾ ਹੋਵੇ ਕਿ ਸਾਡੇ ਤੋਂ ਬਾਹਰ ਹੋਏ ਆ ਲੋਕ, ਉਹਨਾਂ ਕੋ ਮੈਂ ਅੱਖੀ ਵੇਖ ਕੇ ਆਇਆ ਭਾਈ ਕਿ ਜੇ ਜੇਲ੍ਹ 'ਚ ਵੀ ਕੋਈ ਪ੍ਰੋਬਲਮ ਆਉਂਦੀ ਸੀ, ਪ੍ਰਸ਼ਾਸਨ ਉਹਨਾਂ ਨੂੰ ਕਹਿੰਦਾ ਤੁਸੀਂ ਸਮਝਾ ਦਿਓ। ਔਰ ਲੋਕੀ, ਮੈਂ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਉਹਨਾਂ ਦੇ ਸਤਿਕਾਰ ਵਜੋਂ, ਕਿਉਂਕਿ ਐਡਾ ਨਿਤਨੇਮੀ ਇਨਸਾਨ ਹੈ, ਇੰਨਾ ਰੱਬ ਦਾ ਭੈ ਰੱਖਣ ਵਾਲੇ ਇਨਸਾਨ ਹੈ ਕਿ ਲੋਕ ਉਹਨਾਂ ਦਾ ਇਸ ਗੱਲ ਦਾ ਸਤਿਕਾਰ ਕਰਕੇ ਉਹਨਾਂ ਤੋਂ ਤਾਂ ਕਹਿੰਦੇ ਕਿ ਸਾਡਾ ਜਿਵੇਂ ਕੋਈ ਪ੍ਰੋਬਲਮ ਮਾੜੀ ਮੋਟੀ ਆਉਂਦੀ ਹੈ ਸਮਝਾਉਂਦੇ। ਜੇ ਕੋਈ ਗਲਤੀ ਜੇਲ੍ਹ ਅੰਦਰ ਵੀ ਕਰਦਾ ਉਹਨੂੰ ਵੀ ਕਹਿੰਦੇ ਕਿ ਭਾਈ ਇਸ ਤਰ੍ਹਾਂ ਨਾ ਕਰੋ, ਪ੍ਰਸ਼ਾਸਨ ਨਾਲ ਨਾ ਉਲਝੋ। ਸਰ ਭਾਜਪਾ ਨਾਲ ਗੱਲਬਾਤ ਕਰੋਗੇ ਤੁਸੀਂ? ਸਾਰੇ ਜਿਹੜੇ ਬੰਦੀ ਸਿੰਘ ਰਿਹਾ ਕਰਤੇ ਆ, 2 ਕੇਸ ਪੈਂਡਿੰਗ ਹੈ, ਜਿਨ੍ਹਾਂ ਦਾ ਇੱਕ ਕੇਸ ਦਿੱਲੀ ਦੇ ਮੁੱਖ ਮੰਤਰੀ ਕੋਲ ਪੈਂਡਿੰਗ ਹੈਗਾ, ਸਾਰੇ ਕਹਿੰਦੇ ਰਿਹਾ ਕਰਤੇ ਸੀ। ਦੇਖੋ, ਪਹਿਲੀ ਗੱਲ ਤਾਂ ਗੁੱਸਾ ਤਾਂ ਨਹੀਂ ਕਰੋਗੇ ਤੁਸੀਂ ਸਾਰੇ, ਤੁਹਾਡੀ ਵੀ ਕਈਆਂ ਦੀ ਮਜਬੂਰੀ ਹੈ। ਜਦ ਮੈਂ ਦਿੱਲੀ ਵਾਲਿਆਂ ਦੇ ਉਲਟ ਬੋਲਿਆ ਨਾ, ਤੇ ਤੁਸੀਂ ਕਈਆਂ ਦਾ ਚੈਨਲ ਤੁਸੀਂ ਭਾਵੇਂ ਚਲਾ ਦਿਓ, ਮਗਰੋਂ ਤਾਰਾਂ ਖਿੱਚੀਆਂ ਜਾਂਦੀਆਂ, ਚੱਲਦਾ ਨਹੀਂ ਕੰਮ। ਮਗਰ ਜੇ ਚਲਾ ਦਿਓਗੇ ਤੁਹਾਡਾ ਭਲਾ। ਦੇਖੋ, ਕੌਣ ਨਹੀਂ ਸਾਈਨ ਕਰ ਰਿਹਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਫਾਈਲ? ਕੇਜਰੀਵਾਲ। ਔਰ ਅਨਮੋਲ ਰਤਨ ਸਿੱਧੂ ਨੂੰ ਬਦਲਿਆ ਕਿਉਂ? ਕਿਉਂਕਿ ਹਾਈ ਕੋਰਟ 'ਚ ਉਹਨੇ ਐਫੀਡੇਵਿਟ ਦੇ ਦਿੱਤਾ ਕਿ ਜਿਹੜੀ ਪ੍ਰੋਫੈਸਰ ਸਾਹਿਬ ਦੀ ਰਿਹਾਈ ਹੈ ਤਾਂ ਦਿੱਲੀ ਦੀ ਸਰਕਾਰ ਨੇ ਕਰਨੀ, ਉਹ ਨਹੀਂ ਕਰਦੀ। ਔਰ ਤੀਜੀ ਗੱਲ, ਮੈਂ ਤੁਹਾਨੂੰ ਦਿੱਲੀ ਵਾਲਿਆਂ ਦੀ ਹਰਕਤਾਂ ਦੱਸ ਦਿਆਂ, ਤੁਸੀਂ ਵੇਖ ਹੀ ਲਿਆ ਹੈ। ਆਹ SYL ਦੇ ਮੁੱਦੇ ਤੇ ਮੈਂ ਹੈਰਾਨ ਹੋ ਗਿਆ ਕੇਜਰੀਵਾਲ ਸਾਹਿਬ ਦੀ ਗੱਲ ਤੇ। ਮਤਲਬ ਇੱਥੋਂ ਹੀ ਸਪਸ਼ਟ ਹੁੰਦਾ ਕਿ ਬੰਦੀ ਸਿੰਘਾਂ ਪ੍ਰਤੀ ਔਰ ਕਾਨੂੰਨ ਪ੍ਰਤੀ ਕੀ ਉਹਨਾਂ ਦੀ ਸੋਚ ਹੈ। ਦੱਸੋ, SYL ਦੇ ਮੁੱਦੇ ਤੇ ਕਹਿੰਦੇ ਮੇਰੇ ਕੋਲ ਹੱਲ ਹੈ ਤੇ ਭਾਈ ਦੇ ਦੇ। ਤੇਰੇ ਕੋਲ ਤਾਂ ਇਹੀ ਹੱਲ ਹੈ ਨਾ ਜਿਹੜਾ ਤੇਰਾ MP ਗੁਪਤਾ ਸਾਹਿਬ ਕਹਿ ਰਿਹਾ ਕਿ ਪਾਣੀ ਹਰਿਆਣੇ ਤੱਕ ਪਹੁੰਚਾ ਦਿਆਂਗੇ। ਕੀ ਇਹ ਹੱਲ ਹੈ ਤੁਹਾਡਾ? SYL ਦੇ ਮੁੱਦੇ ਤੇ ਕਹਿੰਦੇ ਜੇ ਮੋਦੀ ਸਾਹਿਬ ਕੋਲ ਜਾਂ ਸੈਂਟਰ ਗਵਰਨਮੈਂਟ ਕੋਲ ਹੱਲ ਨਹੀਂ ਤੇ ਮੈਂ ਦੱਸ ਦੇਣਾ। ਫਿਰ ਲੋਕ ਚੁੱਪ ਕਿਉਂ ਬੈਠੇ ਹੋ? ਦੱਸ ਦਿਓ ਹੱਲ। ਤੁਸੀਂ ਵੀ ਇਲੈਕਟਡ ਚੀਫ ਮਿਨਿਸਟਰ ਹੋ। ਹਾਂ, ਉਹ ਗੱਲਾਂ ਜ਼ਰੂਰ ਤੁਹਾਡੀਆਂ ਸੁਣੀਆਂ ਨੇ ਕਿ ਦਿੱਲੀ ਨੂੰ ਵੀ ਪਾਣੀ ਦੇ ਦਿਓ, ਹਰਿਆਣੇ ਨੂੰ ਵੀ ਦੇ ਦਿਓ। ਜਿਹਨੂੰ ਤੁਸੀਂ ਰਾਜ ਸਭਾ ਦਾ MP ਬਣਾਇਆ ਉਹ ਵੀ ਕਹਿੰਦਾ ਦੇ ਦਿਓ ਪਾਣੀ ਦਾ, SYL ਦਾ ਬੂੰਦ ਕੱਲੇ ਨੁੱਕਰ ਤੱਕ ਪਹੁੰਚਾ ਦਿਆਂਗੇ ਹਰਿਆਣੇ ਤੋਂ। ਔਰ ਭਗਵੰਤ ਮਾਨ ਨੂੰ ਪੰਜਾਬ ਤੋਂ ਹਰਿਆਣੇ ਲਿਜਾ ਕੇ ਉਹਦੇ ਮੂੰਹੋਂ ਇਹ ਗੱਲ ਕਢਾਉਣੀ। ਤੁਸੀਂ ਆਪ ਵੇਖ ਲਓ ਪੰਜਾਬ ਦੇ ਹਿੱਤ ਸੁਰੱਖਿਅਤ ਨੇ ਕਿ ਨਹੀਂ। ਇਹ ਗੱਲ ਕਹਿਣੀ ਕਿ ਨਹੀਂ ਹਰਿਆਣੇ ਨੂੰ ਉਹਦਾ ਬਣਦਾ ਹੱਕ ਮਿਲ ਜੇ, ਪੰਜਾਬ ਨੂੰ ਉਹਦਾ ਬਣਦਾ ਹੱਕ ਮਿਲ ਜੇ। ਰੌਲਾ ਤਾਂ ਪੰਜਾਬ 'ਚੋਂ ਪਾਣੀ ਲੈ ਜਾ ਕੇ ਹਰਿਆਣੇ 'ਚ ਦੇਣਾ, ਤੇ ਹੱਕ ਮਿਲੂ ਕਿਵੇਂ ਜੇ ਪਾਣੀ ਜਾਊ? ਇਨਡਾਇਰੈਕਟ SYL ਦੀ ਸਪੋਰਟ ਕਰਤੀ ਹੈ ਜਾ ਕੇ ਉੱਥੇ, ਸਿਰਫ ਤੇ ਸਿਰਫ ਵੋਟਾਂ ਖਾਤਰ। ਇਸ ਲਈ ਇਹ ਜਿਹੇ ਲੋਕ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ, ਉਹਨਾਂ ਤੋਂ ਵੀ ਬਚੋ ਤੇ ਸੁਚੇਤ ਵੀ ਹੋ। ਅੱਛਾ, ਸਿਆਸੀ ਸਵਾਲ ਸਰ,
ਵੀ ਹੁਣ ਜਿਹੜੇ ਤੀਜਾ ਮੋਰਚਾ ਬਣਨ ਦੀ ਗੱਲ ਚੱਲ ਰਹੀ ਹੈ ਦੇਸ਼ ਵਿੱਚ ਪਾਰਟੀ ਸਾਰਿਆਂ ਨੂੰ ਮਿਲ ਰਹੇ ਨੇ ਕਿ ਬਾਦਲ ਸਾਹਿਬ ਨੂੰ ਜਾਂ ਸੁਖਬੀਰ ਜੀ ਨੂੰ ਮਿਲ ਕੇ ਮਤਲਬ ਤੁਸੀਂ ਹੁਣ ਬੀਜੇਪੀ ਦਾ ਆਪਣਾ ਲੱਗਦਾ ਕਿ ਆਪਣੇ ਨਹੀਂ ਗੱਲ ਬਣਦੀ ਕਿ ਅਜੇ ਬੀਜੇਪੀ ਨਾਲ ਅਜੇ ਵੀ ਹੈਗੀ ਇਹ ਗੱਲਬਾਤ ਕਿ ਮਤਲਬ ਤੀਏ ਮੋਰਚੇ ਦੇ ਪਾਸੇ ਜਾਓਗੇ? ਤੁਹਾਨੂੰ ਤਾਂ ਨਹੀਂ ਮੈਂ ਦੱਸਦਾ। ਬਾਕੀ ਮੋਰਚਾ ਕਿਹੜਾ ਬਣਨਾ ਨਹੀਂ ਬਣਨਾ ਤਾਂ ਜਿਹੜੇ ਬਣਾਉਣ ਵਾਲੇ ਆ ਜਾਂ ਨਹੀਂ ਬਣਾਉਣ ਵਾਲੇ ਉਹ ਦੱਸ ਸਕਦੇ। ਸਾਡਾ ਤਾਂ ਮੋਰਚਾ ਹੀ ਕੋਈ ਨਹੀਂ, ਅਸੀਂ ਤਾਂ ਤੁਹਾਡੇ ਨਾਲ ਜਿੱਥੇ ਕਹੋਗੇ ਉੱਥੇ ਲਾ ਦੇਵਾਂਗੇ। ਸਿੱਧੂ ਨਾਲ ਵੀ ਮੁਲਾਕਾਤ ਹੋਈ ਜੇਲ੍ਹ 'ਚ, ਸਿੱਧੂ ਨਾਲ ਵੀ ਮੁਲਾਕਾਤ ਹੋਈ ਜੇਲ੍ਹ 'ਚ, ਉਹ ਕਿੱਦਾਂ ਰਹਿ ਰਹੇ ਨੇ? ਚੰਗੇ ਬੰਦਿਆਂ ਨੂੰ ਤਾਂ ਮੈਂ ਮਿਲਿਆ। ਰੀਟੇ ਸਾਹਿਬ ਐਨਐਸਸੀ ਰਿਪੋਰਟ ਹੈ ਪੰਜਾਬ ਦੇ ਸਕੂਲ ਦਿੱਲੀ ਦੇ ਸਕੂਲਾਂ ਨਾਲੋਂ ਬਿਹਤਰ ਹੈ, ਪਰ ਸਰਕਾਰ ਅੱਛ ਪਏ ਇਹਨਾਂ ਨੂੰ ਪਤਾ ਨਹੀਂ। ਹੁਣ ਤੁਹਾਨੂੰ ਵੀ ਜੇ ਚੰਗਾ ਲੱਗਦਾ ਤੇ ਮਿਲੇ ਹੋਣੇ, ਨਹੀਂ ਚੰਗਾ ਲੱਗਦਾ ਤੇ ਨਹੀਂ ਮਿਲੇ ਹੋਣੇ ਭਾਈ। ਇਹਦਾ ਰੀਟੇ ਸਾਹਿਬ ਸਕੂਲ ਕਹਿੰਦੇ ਪੰਜਾਬ ਦੇ ਦਿੱਲੀ ਸਕੂਲਾਂ ਨਾਲੋਂ ਵਧੀਆ ਹੈਗੇ ਨੇ, ਪਰ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹਾਲ ਤੱਕ। ਦਿੱਲੀ ਦੇ ਸਕੂਲਾਂ ਨਾਲੋਂ ਵਧੀਆ ਸਕੂਲ ਦੱਸੇ ਗਏ ਨੇ ਪੰਜਾਬ। ਇੱਕ ਨਾ ਜੀ, ਕੌਣ ਫੈਸਲਾ ਕਰੂ ਕਿ ਸਕੂਲ ਪੰਜਾਬ ਦੇ, ਦਿੱਲੀ ਦੇ ਜਾਂ ਹਰਿਆਣੇ ਦੇ ਜਾਂ ਹਿਮਾਚਲ ਦੇ ਕਿਹਦੇ ਵਧੀਆ ਕਿਹਦੇ ਮਾੜੇ ਆ? ਕੋਈ ਇੰਡੀਪੈਂਡੈਂਟ ਏਜੰਸੀ? ਹਰਿਆਣੇ ਵਾਲਿਆਂ ਨੇ ਕਹੀ ਜਾਣਾ ਸਾਡੇ ਵਧੀਆ, ਪੰਜਾਬ ਵਾਲਿਆਂ ਨੇ ਕਹੀ ਜਾਣਾ ਸਾਡੇ ਵਧੀਆ, ਦਿੱਲੀ ਵਾਲੇ ਨੇ ਕਹੀ ਜਾਣਾ ਸਾਡੇ ਵਧੀਆ, ਮਗਰ ਇੱਕ ਅਥਾਰਟੀ ਬਣੀ ਆ ਔਰ ਉਸ ਅਥਾਰਟੀ ਨੇ ਇੱਕ ਵਾਰੀ ਨਹੀਂ 2 ਵਾਰੀ ਕਹਿਤਾ ਜਿਸ ਅਥਾਰਟੀ ਨੂੰ ਜਦ ਆਪ ਨੂੰ ਸੂਟ ਕਰਦਾ ਆਪਣੇ ਮਤਲਬ ਲਈ ਫਿਰ ਉਹਨੂੰ ਕੋਟ ਕਰਦੇ, ਜੇ ਨਹੀਂ ਸੂਟ ਕਰਦਾ ਤੇ ਉਹਦੇ ਤੋਂ ਭੱਜਦੇ ਆ। ਉਸ ਅਥਾਰਟੀ ਨੇ ਪੰਜਾਬ ਦੇ ਸਕੂਲਾਂ ਨੂੰ, ਪੰਜਾਬ ਦੇ ਜਿਹੜੇ ਸਾਡੇ ਸਤਿਕਾਰਯੋਗ ਟੀਚਰ ਸਾਹਿਬਾਨ ਨੇ, ਪੰਜਾਬ ਦੇ ਅਫਸਰ ਸਾਹਿਬਾਨ ਨੇ, ਉਹਨਾਂ ਦੀ ਸ਼ਿਫਟ ਕੀਤੀ ਹੈ। ਔਰ ਮੈਂ ਅੱਜ ਵੀ ਬੇਨਤੀ ਕਰਦਾ ਕੇਜਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਜੀ, ਨਾ ਪੰਜਾਬ ਦੇ ਹਿੱਤ ਹਰਿਆਣੇ ਨੂੰ ਜਾਂ ਦਿੱਲੀ ਨੂੰ ਵੇਚੋ। ਪੰਜਾਬ ਦਾ ਜਿਹੜਾ ਗੁੱਡ ਮਾਡਲ ਹੈ ਉਹਨੂੰ ਜ਼ਰੂਰ ਜਾ ਕੇ ਸਾਰੇ ਦਿੱਲੀ ਤੱਕ ਲਾਗੂ ਕਰਾਓ। ਅੱਜ ਆ ਮੁਹੱਲਾ ਕਲੀਨਿਕ ਬਣਾਏ ਆ, ਹੁਣ ਕੰਧਾਂ 'ਚ ਤਾਂ ਮੁਹੱਲਾ ਕਲੀਨਿਕ ਇਲਾਜ ਹੋ ਨਹੀਂ ਜਾਣਾ ਤੁਹਾਡਾ। ਜਦੋਂ ਡਾਕਟਰ ਰਾਜ ਬਹਾਦਰ ਜੀ ਨੂੰ ਤਾਂ ਤੁਸੀਂ ਬਦਸਲੂਕੀ ਕਰਕੇ ਭਜਾ ਦਿਓ, ਹਸਪਤਾਲਾਂ 'ਚ ਤੁਹਾਡੇ ਦਵਾਈਆਂ ਨਹੀਂ, ਡਾਕਟਰਾਂ ਨੇ ਇਲਾਜ ਕਰਨਾ ਹੈ। ਡਾਕਟਰ ਨੂੰ ਸਤਿਕਾਰ ਦਿਓ ਤੇ ਆਪੇ ਜਿਹੜੇ ਖਾਲੀ ਨੇ ਹਸਪਤਾਲ CHC PHC ਉਹਨਾਂ 'ਚ ਡਾਕਟਰ ਨਰਸ ਭਰੋ ਤੇ ਆਪੇ ਮਸਲੇ ਹੱਲ ਹੋ ਜਾਣਗੇ। ਇਸ ਲਈ ਸਭ ਦਾ ਤੁਹਾਡਾ ਧੰਨਵਾਦ। ਹਾਂਜੀ ਭੈਣ ਜੀ, ਅੱਜ ਦਾ ਥੋੜਾ ਬਰੀਫ ਕਰ ਦਿਓ। ਮਜੀਠੀਆ ਸਾਹਿਬ ਆਏ ਸੀ। ਹਾਂਜੀ, ਅੱਜ ਅਸਲ 'ਚ ਵੀਰ ਜੀ ਰਾਜੋਆਣਾ ਜੀ 27 ਸਾਲਾਂ ਦਾ ਸੰਘਰਸ਼ ਸੀਗਾ ਤੇ ਹਮੇਸ਼ਾ ਮਤਲਬ ਇੱਕ ਅਰਦਾਸ ਹੁੰਦੀ ਸੀ ਜਦੋਂ ਮਜੀਠੀਆ ਜੀ ਗਏ ਜੇਲ੍ਹ 'ਚ, ਤਾਂ ਗੁਰੂ ਸਾਹਿਬ ਜੀ ਦੇ ਅੱਗੇ ਵੀਰ ਜੀ ਨੇ ਇਹੀ ਕਿਹਾ ਸੀ ਕਿ ਗੁਰੂ ਸਾਹਿਬ ਜੀ ਨੇ ਤੁਹਾਨੂੰ ਇਸੇ ਲਈ ਭੇਜਿਆ ਕਿ ਤਾਂ ਕਿ ਤੁਸੀਂ ਸਾਡੇ ਦੁੱਖ ਦਰਦ ਨੂੰ ਮਹਿਸੂਸ ਕਰ ਸਕੋ। ਤੇ ਵੀਰ ਜੀ ਨੇ ਜਿਸ ਤਰ੍ਹਾਂ ਮਜੀਠੀਆ ਵੀਰ ਜੀ ਨੇ ਪੱਖ ਰੱਖਿਆ ਵੀਰ ਜੀ ਦਾ, ਵੀਰ ਜੀ ਜਿਸ ਤਰ੍ਹਾਂ ਮਤਲਬ ਕੋਈ ਪੱਖ ਰੱਖ ਨਹੀਂ ਸੀ ਸਕਿਆ ਅੱਜ ਤੱਕ। ਤੇ ਅਸੀਂ ਤਾਂ ਇਹੀ ਕਹਾਂਗੇ ਕਿ ਬਹੁਤ ਜ਼ਿਆਦਾ ਗੁਰੂ ਮਹਾਰਾਜ ਦਾ ਸ਼ੁਕਰੀਆ ਅਦਾ ਕਰਦੇ ਹਾਂ, ਅੱਜ ਸਾਡੇ ਘਰੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਗੁਰੂ ਸਾਹਿਬ ਜੀ ਅੱਗੇ ਸਾਡੀ ਤਾਂ ਇਹੀ ਅਰਦਾਸ ਆ ਕਿ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਬਖਸ਼ੇ ਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਸਾਡੀ ਤਾਂ ਅਰਦਾਸ ਆ ਪਰਿਵਾਰ ਦੀ ਕਿ ਮਜੀਠੀਆ ਜੀ ਤੇ ਮਜੀਠੀਆ ਜੀ ਦਾ ਪਰਿਵਾਰ ਵੀਰ ਜੀ ਉਹਨਾਂ ਦਾ ਸਾਰਾ ਚੜ੍ਹਦੀ ਕਲਾ 'ਚ ਰਹੇ ਜੀ। ਅੱਜ ਸਾਡੇ ਦੁੱਖ ਸੁੱਖ ਨੂੰ ਸਮਝ ਕੇ ਹਮੇਸ਼ਾ ਸਾਡੇ ਨਾਲ ਖੜੇ ਨੇ ਤੇ ਵੀਰ ਜੀ ਹਮੇਸ਼ਾ ਰਾਜੋਆਣਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਨੇ, ਆਪਣੀਆਂ ਸੰਸਥਾਵਾਂ ਨੂੰ ਸਮਰਪਿਤ ਨੇ। ਤੇ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਕਿ ਵੀਰ ਜੀ ਰਾਜੋਆਣਾ ਜੀ ਕੋਲ ਰਹੇ, ਵੀਰ ਜੀ ਉਹਨਾਂ ਨੂੰ ਸਮਝਿਆ ਤੇ ਵੀਰ ਜੀ ਦਾ ਪੱਖ ਉਹਨਾਂ ਨੇ ਸਾਰਿਆਂ ਨੂੰ ਦੱਸਿਆ। ਜੋ ਅੱਜ ਤੱਕ ਅਸੀਂ ਮਹਿਸੂਸ ਕਰਦੇ ਸੀ ਕਿ ਵੀਰ ਜੀ ਰਾਜੋਆਣਾ ਜੀ ਨੂੰ ਬਾਹਰ ਮੀਡੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਸੀਗਾ, ਪਰ ਵੀਰ ਜੀ ਨੂੰ ਜਿਸ ਤਰ੍ਹਾਂ ਵੀਰ ਜੀ ਨੇ ਸਾਰਾ ਕੁਝ ਦੱਸਿਆ ਤੁਹਾਨੂੰ ਸਾਰਿਆਂ ਨੂੰ ਪਤਾ ਗਾ। ਤੇ ਅਸੀਂ ਤਾਂ ਉਹਨਾਂ ਦਾ ਘਰੇ ਆਉਣ ਤੇ ਸਾਰਿਆਂ ਦਾ ਮਤਲਬ ਉਹਨਾਂ ਦੇ ਸਮੁੱਚੇ ਜਿਹੜੇ ਸਾਰੇ ਨਾਲ ਆਏ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ। ਥੋੜੇ ਸ਼ਬਦਾਂ ਦੇ ਵਿੱਚ ਛੋਟਾ ਜਿਹਾ ਸਵਾਲ, ਕਿਉਂਕਿ ਮਜੀਠੀਆ ਸਾਹਿਬ ਨੇ ਕਿਹਾ ਕਿ ਕਾਫੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਤੁਸੀਂ ਵੀ ਹੈ, ਸਾਰੇ ਜਿੰਨਾ ਵੀ ਸਿੱਖ ਭਾਈਚਾਰਾ ਬੜੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਬਾਹਰ ਲਿਆਉਣ ਦੀ। ਉਹਨਾਂ ਨੇ ਕੇਜਰੀਵਾਲ ਜੀ ਦਾ ਨਾਮ ਲਿਆ ਤਾਂ ਉਹ ਸਾਈਨ ਨਹੀਂ ਕਰਦੇ। ਤੁਸੀਂ ਕਿਵੇਂ ਦੇਖਦੇ ਹੋ ਐਜ਼ ਏ ਸਿਸਟਰ? ਜੀ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪੂਰੀ ਕੌਮ ਸ਼੍ਰੋਮਣੀ ਕਮੇਟੀ ਵੱਲੋਂ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇਨਸਾਫ ਹੋਣਾ ਚਾਹੀਦਾ। 28 ਸਾਲ ਵੀਰ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਹੋ ਗਏ ਤੇ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ। ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਈਨ ਨਹੀਂ ਕਰ ਰਹੇ ਕਿ ਇੰਟਰਸਟ ਨਹੀਂ ਹੈਗਾ ਉਹਨਾਂ ਨੂੰ?
ਜੀ ਕੋਈ ਵੀ ਸਰਕਾਰਾਂ ਤੁਸੀਂ ਦੇਖ ਲਓ ਕਿ ਇਨਸਾਫ ਨਹੀਂ ਕਰ ਰਹੀਆਂ। ਕੇਜਰੀਵਾਲ ਸਰਕਾਰ ਵੀ ਇਨਸਾਫ ਨਹੀਂ ਕਰ ਰਹੀ। ਦੂਸਰੀ ਤਰਫ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੀਂ ਪ੍ਰਕਾਸ਼ ਪੁਰਬ 'ਤੇ ਮੋਦੀ ਜੀ ਨੇ ਉੱਥੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਲੇਕਿਨ ਅੱਜ ਤੱਕ 3 ਸਾਲ ਬੀਤ ਗਏ, ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਹੈਗਾ। ਸੁਪਰੀਮ ਕੋਰਟ ਨੇ ਵੀ 6 ਵਾਰ ਕਹਿ ਦਿੱਤਾ, ਆਦੇਸ਼ ਕਰ ਦਿੱਤੇ ਕਿ ਜਿਹੜਾ ਉਹ ਨੋਟੀਫਿਕੇਸ਼ਨ ਤੁਸੀਂ ਜਾਰੀ ਕੀਤਾ ਉਹਨੂੰ ਲਾਗੂ ਕਰੋ। ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲੋ, ਪਰ ਵੀਰ ਜੀ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਨਹੀਂ ਬਦਲਿਆ ਗਿਆ। ਪਰ ਇੱਥੇ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਜਿਹੜਾ ਬਿਲਕਿਸ ਬਾਨੋ ਜੀ ਦਾ ਕੇਸ ਸੀਗਾ, ਜਿਹੜਾ ਕਿ ਉਹਨਾਂ ਦੇ ਜਿਹੜੇ ਕਾਤਲ ਸੀਗੇ, ਜਿਹੜਾ ਕਿ ਬਿਲਕੁਲ ਇੱਕ ਕੱਟੜਤਾ ਵਾਲਾ ਸੀਗਾ। ਵੀਰ ਜੀ ਹੁਣੇ ਤਾਂ ਆਪਣੀ ਕੌਮ ਦੇ ਮਾਨ ਸਨਮਾਨ ਲਈ ਤੁਰੇ ਸੀ, ਪਰ ਬਿਲਕਿਸ ਬਾਨੋ ਜੀ ਦਾ ਕੇਸ ਉਹਨਾਂ ਦੇ ਕਾਤਲਾਂ ਨੂੰ ਰਿਹਾ ਕਰ ਦਿੱਤਾ ਗਿਆ। ਤਾਂ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਆ, ਤੇ ਅਸੀਂ ਤਾਂ ਕਹਿੰਦੇ ਹਾਂ ਕਿ ਸਾਰਿਆਂ ਨੂੰ ਸਾਡਾ ਤਾਂ ਧੰਨਵਾਦ ਹੈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸਾਡੀਆਂ ਸੰਸਥਾਵਾਂ ਦਾ ਜਿਹੜੇ ਸੰਘਰਸ਼ ਕਰ ਰਹੇ ਨੇ ਕਿ ਵੀਰ ਜੀ ਹੁਣੇ ਘਰੇ ਆਉਣ। ਤੇ ਸਭ ਤੋਂ ਵੱਡਾ ਧੰਨਵਾਦ ਅੱਜ ਮਜੀਠੀਆ ਜੀ ਸਾਡੇ ਘਰੇ ਆਏ, ਵੀਰ ਜੀ ਰਾਜੋਆਣਾ ਜੀ ਦੇ ਪੱਖ ਨੂੰ ਇੰਨਾ ਚੰਗੀ ਤਰ੍ਹਾਂ ਰੱਖਿਆ ਉਹਨਾਂ ਨੇ, ਤੇ ਆਸ ਕਰਦੇ ਹਾਂ ਕਿ ਵੀਰ ਜੀ ਹੁਣੇ ਬਾਹਰ ਆਉਣਗੇ ਜੀ।